ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। वेद कतेब इफतरा पाई, दिल का फिक्र ना जाए। टुक दम करारी जो करो, हाजर हजूर खुदाए। वेद कतेब इफतरा पाई, दिल का फिक्र ना जाए। टुक दम करारी जो करो, हाजर हजूर खुदाए। बंदे खोज दिल हर रोज, ना फिर परेशानी माहे। एह जो दुनिया सेहर मेला, दस्तगीरी नाहे। रहाओ दरोग पढ़ पढ़ खुशी होए, बेखबर बाद बकाहे। हक सच खालक खलक में आने, श्याम मूरत नाहे। आसमान में आने लहंग दरिया, गुसल कर दन बूद। कर फकर दायम लाए चश्मे, जह तहा मौजूद। अल्लाह पाकं पाक है, सक करो जे दूसर होए। कबीर करम करीम का, ओह कर जान सोए। अल्लाह पाकं पाक है, सक करो जे दूसर होए। कबीर करम करीम का, ओह कर जान सोए। वाहिगुरु जी का खालसा, वाहिगुरु जी की फतेह। गुर ਸਿੰਘਾਸਨ ਤੇ ਪ੍ਰਕਾਸ਼ਮਾਨ ਛਤਰ ਚਵਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਸ ਪਾਵਨ ਅਸਥਾਨ ਤੋਂ ਸ਼ਰਵਨ ਕਰਨਾ ਕੀਤਾ। आओ साहब की असीस लईए।
ਮਾਲਕ ਦੇ ਚਰਨਾਂ ਵਿੱਚ ਇੱਕ ਮਨ ਹੋ, ਜੋਦੜੀ ਕਰ ਦਈਏ। ਮਾਲਕ ਰਹਿਮਤ ਕਰੋ, ਰੱਬੀ ਹੁਕਮ ਧੁਰ ਕੀ ਬਾਣੀ ਦੇ। ਜੋ ਪਾਵਨ ਬਖਸ਼ਿਸ਼ ਕੀਤੇ ਹੋਏ ਇਹ ਸ਼ਬਦ ਨੇ, ਇਹ ਸਾਡੇ ਹਿਰਦੇ ਵਿੱਚ ਵਸ ਜਾਵਨ। ਇਸ ਦੀ ਵਿਚਾਰਦਿਆਂ ਆਪਣੇ ਵਿਚਾਰ ਭੁੱਲ ਜਾਣ। ਗੁਰ ਸ਼ਬਦ ਵਿਚਾਰ ਚੇਤੇ ਵਿੱਚ ਵਸ ਜਾਏ। ਸਾਹਿਬ ਰਹਿਮਤ ਕਰਨ। ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 727 ਅੰਗ ਤੇ ਸੁਭਾਈਮਾਨ ਹੈ। ਆਓ ਸਾਹਿਬ ਦੀ ਸੀਸ ਲਈਏ। ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਤਿਲੰਗ ਰਾਗ ਦਾ ਸ਼ਬਦ ਹੈ। ਇੱਥੋਂ ਭਗਤਾਂ ਦੀ ਬਾਣੀ ਦਾ ਆਰੰਭ ਹੋਇਆ। ਇਸ ਤੋਂ ਪਹਿਲਾਂ ਗੁਰੂ ਸਾਹਿਬਾਨ ਜੀ ਦੀ ਬਾਣੀ ਚੱਲ ਰਹੀ ਸੀ। ਇਹ ਕਬੀਰ ਜੀ, ਇਹ ਸ਼ਬਦ ਕਬੀਰ ਜੀ ਦਾ ਹੈ। ਗੁਰੂ ਅਰਜਨ ਦੇਵ ਜੀ ਨੇ ਬਾਣੀ ਦਰਜ ਕਰ ਲੱਗਿਆਂ ਮੰਗਲਾਚਰਨ ਕੀਤਾ ਹੈ। ਇੱਕ ਓੰਕਾਰ, ਉਹ ਇੱਕ ਹੈ। ਅਨੇਕ ਆਕਾਰ ਬਣਾਵੇ, ਉਹਨਾਂ ਦੀ ਹੋਂਦ ਨੂੰ ਟਿਕਾਵੇ ਤੇ ਇੱਕ ਦਿਨ ਆਪਣੇ ਵਿੱਚ ਸਮਾਵੇ। ਇਹ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਭਾਵੇਂ ਅਨੇਕਾਂ ਆਕਾਰਾਂ ਦੀ ਬਣਤਰ ਤਰ੍ਹਾਂ ਤਰ੍ਹਾਂ ਦੀ ਬਣਾਉਂਦਾ ਹੈ, ਪਰ ਆਪ ਤਰ੍ਹਾਂ ਤਰ੍ਹਾਂ ਦਾ ਨਹੀਂ ਹੋ ਜਾਂਦਾ, ਇੱਕ ਹੈ। ਭਾਵੇਂ ਅਨੇਕਾਂ ਆਕਾਰਾਂ ਨੂੰ ਉਹ ਬਣਾ ਲਵੇ, ਪਰ ਆਪ ਅਨੇਕ ਨਹੀਂ ਹੋ ਜਾਂਦਾ। ਕੋਈ ਇੱਕ ਹੈ। ਜਿਉਂ ਪਸਰੀ ਸੂਰਜ ਕਿਰਨ ਜੋਤ, ਤਿਉਂ ਘਾਟ ਘਾਟ ਰਮਈਆ ਓਤ ਪੋਤ। ਸੂਰਜ ਤੇ ਇੱਕ ਹੈ। ਕਿਰਨਾਂ ਦਾ ਤਾਂ ਸ਼ੁਮਾਰ ਹੀ ਨਹੀਂ ਹੈ, ਕਿੰਨੀਆਂ ਕੁ ਕਿਰਨਾਂ ਨਿਕਲਦੀਆਂ ਨੇ, ਪਰ ਉਹ ਅਨੇਕ ਕਿਰਨਾਂ ਅਨੇਕ ਥਾਵਾਂ ਤੇ ਪੈਂਦੀਆਂ ਨੇ। ਨਾ ਤੇ ਅਨੇਕ ਥਾਵਾਂ ਤੇ ਕਿਰਨਾਂ ਪੈਣ ਨਾਲ ਉਹਨਾਂ ਥਾਵਾਂ ਦਾ ਅਸਰ ਕਬੂਲਦੀਆਂ। ਭਾਵੇਂ ਗੰਦਗੀ ਹੋਵੇ, ਗੰਦਾ ਨਾਲਾ ਹੋਵੇ, ਚਾਹੇ ਚਮਨ ਹੋਵੇ, ਖੁਸ਼ਬੂ ਭਰੇ ਵਾਤਾਵਰਨ ਤੇ ਕਿਰਨਾਂ ਪੈਣ, ਪਰ ਉਹ ਸੂਰਜ ਨਾਲ ਮੈਲ ਜਾਂ ਖੁਸ਼ਬੂ ਦਾ ਸੰਬੰਧ ਨਹੀਂ ਬਣਦਾ। ਤਿਵੇਂ ਇੱਕ ਅਕਾਲ ਪੁਰਖ ਵਾਹਿਗੁਰੂ ਅਨੇਕਾਂ ਜੀਵਾਂ ਵਿੱਚ, ਪਸ਼ੂਆਂ ਵਿੱਚ, ਪੰਛੀਆਂ ਵਿੱਚ, ਕੁਛ ਦੁਸ਼ਟ ਬੰਦਿਆਂ ਵਿੱਚ ਵੀ ਉਸ ਦੀ ਸ਼ਕਤੀ ਸਮਾਉਂਦੀ ਹੈ। ਪਰ ਵਾਹਿਗੁਰੂ ਕਿਸੇ ਵੀ ਸੰਸਾਰਕ ਹਸਤੀ ਨਾਲ, ਅਵਸਥਾ ਨਾਲ, ਜਗ੍ਹਾ ਨਾਲ ਸੰਬੰਧਿਤ ਹੋ ਕੇ ਬਦਲਦਾ ਨਹੀਂ ਹੈ। ਉਹ ਇੱਕ ਹੈ। ਐਸਾ ਓੰਕਾਰ ਸਰੂਪ, ਉਸ ਨੂੰ ਅਨੁਭਵ ਕਰਨ ਲਈ, ਮਿਲਣ ਲਈ, ਜਾਣਨ ਲਈ ਸਤਿਗੁਰੂ ਦੀ ਕਿਰਪਾ ਦੀ ਲੋੜ ਹੈ। ਸਤਿਗੁਰੂ ਦੇ ਪ੍ਰਸਾਦ ਦੇ ਰਾਹੀਂ, ਸਤਿਗੁਰੂ ਦੀ ਕਿਰਪਾ ਦੇ ਰਾਹੀਂ ਅਸੀਂ ਉਸ ਨੂੰ ਜਾਣ ਸਕਦੇ ਹਾਂ। ਅਰਦਾਸ ਹੈ, ਸਤਿਗੁਰੂ ਜੀ ਕਿਰਪਾ ਕਰ ਦਿਓ, ਆਪ ਜੀ ਦੇ ਉਸ ਪਾਵਨ ਉਪਦੇਸ਼ ਕੇ ਇੱਕ ਓੰਕਾਰ ਦਾ ਅਨੁਭਵ ਕਰਨ ਦੀ ਅਵਸਥਾ ਸਾਡੇ ਵਿੱਚ ਬਣ ਆਵੇ ਜੀ। ਵੇਦ ਕਤੇਬ ਇਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ। 4 ਵੇਦ ਨੇ,
हिंदू धर्म के ग्रंथ प्रमुख, इस्लाम धर्म के 4 कतेब ने। ये गल ते रब दे घर दी करन वाले ने। वेद कतेब कहो हो मत झूठे, पर झूठा जो ना विचारे। इन्हां दी विचार ना करके वेदां दी गल नूं वधा चढ़ा के बहुत उचाइयां नूं छूहण वाली ते नफरत भरी गल करके जदों कोई धर्म की दुनिया वल, अखौती धर्म की दुनिया वल चलते ने, इस्लामी मनुख होवन ते कतेबां की गल करके, ते जे हिंदू धर्म के लोग होवन ते वेदां की गल करके कोई पंडित लोग अपना आपा किते उचाइयां नूं छूहण वाला दर्शावन, पर अंदर गल बने कोई ना, ते ये समझ लेना इफ्तरा है, अतिशयोक्ति है, ये मुबालगा है, ये बनावट है। तू असलीयत नूं जानिया नहीं। ते हजूर कहन लगे इंज दिल दा फिक्र नहीं जांदा, अंदर दी चिंता नहीं मुकदी। अकेलियां गल्लां करन दे नाल अपना आपा उस अवस्था ते पुजदा नहीं है जी। टुक दम करारी जाओ करहो, हाजर हजूर खुदाए। अकेले ग्रंथां नूं पढ़ी जाना ते उन्हां राही नफरत पैदा करनी। हजूर कहंदे ने ये तेरी जिंदगी धर्म दी नहीं है, बल्कि टुक दम करारी जो करो। टुक रत्ता क भर, दम एक साह जिन्ना। अगर तू करारी टिकाव वाली कर ले, 1 सैकंड भर कदी टिक जाए, खामोश हो जाए, सुन अवस्था में चला जाए, वो तेरा 1 सैकंड भर का समा, 1 रत्ती क भर दे टिकाव का समा तैनू रब नूं सामने दिखा सकदा है। कारण ये है मन टिकदा नहीं है, दौड़िया फिरदा है। अकेले बाहर मुखी रह के भावें वो धर्म दीयां गल्लां विच जाए ते चाहे संसारक गल्लां विच जाए, इंज रब नहीं दिसदा। अंदर ते सुरत विच कुछ होर ही वसाई बैठा है। ते साहब कहंदे ने जरा टिक जा, खामोशी विच चला जा, 1 रत्ती क भर तेरा अपना आपा उस वाहिगुरू विच वलीन हो जाए ते रब तैनू हाजर हजूर खुदाए। ओ खुदा, ओ अल्लाह हाजर हजूर, ओ वाहिगुरू परमेश्वर राम तेरे अनुभव विच आके तैनू इंज जापे, अंतर बसे बाहर भी ओही। तेरा अनुभव बन जाए, घाट घाट में हारजू बसै, अनुभव विच आ जाए। गल्लां दी गल नहीं है, गल्लां करो, पर धर्म दीयां गल्लां करदियां करदियां उसनूं हाजिर हजूर वेख सको। ते मैं बेनती करांगा भाई बन्नो जी, जिन्हां गुरु अर्जन देव जी दे आदि श्री गुरु ग्रंथ साहिब महाराज जी की संपादना वेले सब तो पहला उतारा किया सी, उस बीड़ का नाम भी भाई बन्नो जी वाली बीड़ पिया सी। भाई बन्नो जी अपने इलाके विच धर्म का प्रचार करते सन। एक सिख उठिया, वो कहंदा है भाई साहब जी तुसीं कहंदे हो भी रब है तो सब थावां ते है, दिसदा क्यों नहीं? जे रब है तो दिसना चाहिए। भाई बन्नो जी ने उठाया, बाहर अंब का पौधा लगा सी, लै गए। कहंदे दसेगा पौधा किस दा? कहंदा जी अंब दा। ते भाई साहब जी कहंदे ने अंब ते किते दिसदा नहीं है। हसिया, भाई जी कोई ये रुत थोड़ा है, रुत आएगी बूर लगेगा, निक्कियां निक्कियां अंबियां बन के वड्डियां होवणगियां ते अंब दिसेगा। भाई साहब जी कहन लगे जिस दिन तेरे जीवन विच धर्म की रुत आएगी, अंदर सेवा दा, अंदर कोई धर्म की दुनिया का कदम उठेगा, वो बूर लगेगा, तो फिर धर्म का फल लग जाएगा, ज्ञान। कहते ने उस दिन तेनू ब्रह्म नजर आएगा। ये सच है। वो परमेश्वर भाई साहब भाई गुरदास साहब जी कहते ने जैसे द्रुम दीर्घ स्वरूप देखिए प्रसिद्ध। द्रुम दरखत दीर्घ बड़ा वड्डा,
ਤੇ ਪ੍ਰਸਿੱਧ ਸਾਰੇ ਜਾਣਦੇ ਨੇ ਵੀ ਇਹ ਅੰਬ ਦਾ ਦਰਖਤ ਹੈ। ਮੰਨ ਲਓ ਜੈਸੇ द्रुम दीर्घ स्वरूप देखिए प्रसिद्ध स्वाद रस होत फल हूँ मैं पुन आए कह है ते ओ अंब दा दरख्त है पर पत्ते खादियां अंब दा रस नहीं आउंदा कौड़े बक बके टाहनियां खादियां अंब दा रस नहीं आउंदा कौड़े बक बके लगणगे पर जदों फल लग के पक जाएगा उस समय उस दरख्त दा असली स्वरूप अंब वो तेनू दिखेगा भी उस दा रस भी मानेगा। धर्म दी दुनिया विच चूंकि जदों चलदियां अमृत वेला भी संभालिया नितनेम भी किया सेवा भी की धन गुरु ग्रंथ साहिब जी की संगत भी की सुरत टिकन लग पई ते जिस दिन सुरत टिक गई उस दिन बेनती करा ओ वाहिगुरु हाजिर हजूर नजर आवेगा जी। बंदे खोज दिल हर रोज ना फिर परेशानी माहे। परेशानी विच क्यों फिरदा? अज सारा संसार बड़ा परेशान है, कोई परिवारक पक्ष तो, कोई अपने शरीरक पक्ष तो, कोई बाहर दे संसारक नफरत भरे धर्म की दुनिया के पक्ष तो। तो साहब कहते ने धन गुरु ग्रंथ साहब महाराज समझाते ने भलिया तू हर रोज अपना दिल खोज। मैं बेनती करांगा काहे रे बन खोजन जाई सर्ब निवासी सदा अलेपा तो ही संग समाई। दिल खोज दिल में खोज दिल खोजो यही ठौर मुकामा। भला ये दिल की है? दिल किवें चलदा है? दिल दा दिलबर कौन है? दिल नूं बनाउण वाला कौन है? ये कहंदे ना ये मेरा मन है मेरा दिल है। उस दिल नूं उस मन नूं उस हिरदे नूं खोज ते जदों खोजेगा कबीर जाको खोजते पायो सोई ठौर सोई फिर के तू भया जाको कहता और। अंदर कौन है? अगर खोजिया नहीं तो मैं बैठी है दिल विच खोज लिया तो पता चलेगा। ये तो दिल जिस दिलबर ने अपनी घाड़त घड़ के बनाया ये शरीर ये अंदर शरीर दे चतुष्ट अंताकरण मन बुद्धि चित हंकार ये अंदर दिल ये तो उसका घड़िया होया गहना है। मैं एक बेनती कर दी हाँ सोना गहना बन जाए हार बन जाए कड़ा बन जाए उस कड़े नूं हार नूं खोजिए तो की निकलेगा? सोना ना। उस हो रहा की है? एक सोने दे बने हुए आकार का नाम गहना बन जाता है। उस करते का जो अधिष्ठान है आधार है जो शक्ति है उसने अपनी घाड़त घड़ी ते ये दिल बन गया। दिल ने मैं बेनती करा शरीर का ढांचा चलाउण वाली एक शक्ति दे दी ते जदों दिल खोजिया ते कित्थे पहुँच गए? ये तो वाहिगुरू है। इस करके साहब कहते ने हर रोज खोज हर रोज दिल विच दुनिया ना बैठा। असी बेनती करा जिथे गए जो देखिया वो दिल विच आ गया, जो सुनिया वो दिल विच आ गया, जो खाधा जो रस मानिया वो दिल विच आ गया। अज दिल विच खोजन दी बजाए दिल विच कूड़ा करकट इकट्ठा कर लिया ते जिस दिन खोजन लगे दिल साफ हो गया। मैं बेनती करा उस दिन दिल शुद्ध हो गया, उस दिन दिल उस अनुभव करने वाली अवस्था में चला गया। इस करके साहब कहते ने बंदे खोज दिल हर रोज नित उठ गावो रब की बानी। हर रोज वाहिगुरु 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 करते गए। हर रोज एक ओंकार का जप करते गए। हर रोज अंदर ध्यान विच बैठे खोजन बैठे
ਇਹ ਗੱਲ ਜ਼ਰੂਰ ਧਿਆਨ 'ਚ ਰੱਖਿਓ। ਹਰ ਰੋਜ਼ ਖੋਜੀਏ ਤੇ ਇੱਕ ਦਿਨ ਖੋਜਦਿਆਂ ਮੈਂ ਖੋ ਜਾਂਦੀ ਤੇ ਜਿਸ ਨੂੰ ਲੱਭਦੇ ਸੀ ਉਹ ਅਨੁਭਵ ਵਿੱਚ ਆ ਜਾਂਦਾ। ਇਸ ਕਰਕੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਪਦਮ ਵਿਭੂਸ਼ਣ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਮੈਂ ਜਦੋਂ ਬਾਹਰ ਦੀ ਦੁਨੀਆ ਵਿੱਚ ਜਾਂਦਾ ਇੱਕ ਮੈਨਾ ਵੇਖਦਾ, ਤੋਤਾ ਤੇ ਮੈਨਾ। ਕਹਿੰਦੇ ਨੇ ਮੈਂ ਉਸ ਦੀ ਜਦੋਂ ਨਾਮ ਰੱਖੇ ਦੀ ਗੱਲ ਵੇਖੀ ਤੇ ਬੋਲਦਾ ਸੁਣਿਆ ਤੇ ਉਹਨੂੰ ਮੈਨੂੰ ਇੱਕ ਸੰਦੇਸ਼ ਦਿੱਤਾ, ਭਲਾ ਕੀ ਮੈਨਾ ਆਖੇ ਮੈਂ ਨਾ, ਮੈਂ ਨਾ, ਮੈਨਾ ਆਖੇ ਮੈਂ ਨਾ, ਮੈਂ ਨਾ, ਤੋਤਾ ਤੂੰ ਬੋਲੇ, ਸੱਚੀ ਸੁੱਚੀ ਮਿੱਠੀ ਬਾਣੀ ਭੇਦ ਇਲਾਹੀ ਖੋਲੇ। ਤਿੱਤਰ ਆਖੇ ਤੇਰੀ ਤਾਕਤ ਮੈਥੋਂ ਜਾਏ ਨਾ ਦਸੀ। ਵੇਖ ਪਿਆਰਾ ਨਿਆਰਾ ਸਾਰੇ ਕੁਦਰਤ ਆਪੇ ਵਸੀ। ਬਈ ਖੋਜਦਿਆਂ ਬਾਹਰ ਦੀ ਦੁਨੀਆ ਵਿੱਚ ਤੇ ਆਪਣੇ ਭੀਤਰ ਇੱਕ ਅਕਾਲ ਪੁਰਖ ਵਾਹਿਗੁਰੂ ਨਜ਼ਰ ਆਇਆ। ਹੁਣ ਪਰੇਸ਼ਾਨੀ ਨਹੀਂ ਹੈ, ਹੁਣ ਤੇ ਸ਼ਾਂਤੀ ਹੈ, ਹੁਣ ਤੇ ਆਨੰਦ ਹੈ, ਹੁਣ ਤੇ ਖੁਸ਼ੀ ਹੈ, ਹੁਣ ਤੇ ਖੇੜਾ ਹੈ। ਬਸ ਫਰਕ ਇਹੀ ਹੈ, ਜਿਹੜੇ ਆਪਣੇ ਧਰਮ ਦੀ ਸ਼ਾਨ ਤੋਂ ਪਰੇ ਚਲੇ ਗਏ ਉਹ ਪਰੇਸ਼ਾਨ ਹੋ ਗਏ, ਤੇ ਜਿਹੜੇ ਆਪਣੇ ਧਰਮ ਤੇ ਗਿਆਨ ਦੀ ਸ਼ਾਨ ਵਿੱਚ ਜੀਣ ਲੱਗ ਪਏ ਉਹਨਾਂ ਦੀ ਪਰੇਸ਼ਾਨੀ ਚਲੀ ਜਾਂਦੀ ਹੈ ਜੀ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ। ਜਿਹੜਾ ਸਿਹਰ ਮੇਲਾ ਆਇਆ ਨਾ ਸ਼ਬਦ, ਇਹ ਸ਼ਹਿਰ ਨੂੰ ਸੰਬੋਧਕ ਨਹੀਂ ਹੈ, ਇਹ ਹੈ ਜਾਦੂ ਤਮਾਸ਼ਾ। ਇਹ ਦੁਨੀਆ ਜਿਹੜੀ ਨਜ਼ਰ ਆ ਰਹੀ ਹੈ, ਇਹੋ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਇਹ ਜਾਦੂ ਹੀ ਤਮਾਸ਼ਾ ਹੈ। ਅੱਖਾਂ ਵਿੱਚ ਐਵੇਂ ਭੁਲੇਖਾ ਪਾ ਕੇ, ਅੱਖਾਂ ਵਿੱਚ ਘੱਟਾ ਪਾ ਕੇ ਤੈਨੂੰ ਕੁਛ ਦਾ ਕੁਛ ਜਾਦੂਗਰ ਦਿਖਾ ਰਿਹਾ ਹੈ। ਇੰਨੀ ਕੁ ਚੁਟਕੀ ਮਿੱਟੀ ਦੀ ਲੈਂਦਾ, ਕੈਸੀ ਭੁਲੇਖਾ ਪਾਊ ਗੱਲ ਕਰਦਾ, ਹੱਥ ਦੀ ਤਲੀ ਵਿੱਚ ਰੱਖਦਾ, ਮੁੱਠ ਬੰਦ ਕਰਦਾ, ਚਾਉ ਮਾਉ ਕਰਦਾ, ਧਿਆਨ 'ਚ ਰੱਖਿਓ, ਤੇ ਮੁੱਠ ਖੋਲਦਾ ਤੇ ਚਾਂਦੀ ਦਾ ਰੁਪਈਆ ਦਿਸਦਾ। ਭਲਾ ਜੇ ਮਿੱਟੀ ਦੀ ਚੁਟਕੀ ਤੋਂ ਚਾਂਦੀ ਦੇ ਰੁਪਈਏ ਬਣਾ ਸਕਦਾ ਹੋਵੇ ਤੇ ਡਬਰੂ ਵਜਾ ਕੇ ਗਲੀ ਗਲੀ ਮੰਗਦਾ ਕਿਉਂ ਫਿਰਦਾ ਹੋਵੇ? ਤੇ ਨਹੀਂ, ਉਸਨੇ ਭੁਲੇਖਾ ਪਾ ਕੇ ਕਈ ਕੁਝ ਦਿਖਾਇਆ। ਐਵੇਂ ਖਾਲੀ ਡੱਬਾ ਦਿਖਾਇਆ, ਢੱਕਣ ਬੰਦ ਕੀਤਾ, ਵਿੱਚੋਂ ਗੁਲਾਬ ਜਾਮਨ ਕੱਢ ਪਿਆ ਵਿਖਾਉਂਦਾ। ਉਹ ਕਿੱਥੇ ਰੱਖੇ ਸੀ ਗੁਲਾਬ ਜਾਮਨ, ਉਹੀ ਕੱਢ ਕੇ ਵਿਖਾਏ ਨੇ। ਜੇ ਖਾਲੀ ਡੱਬਿਆਂ 'ਚੋਂ ਗੁਲਾਬ ਜਾਮਨ ਬਣਦੇ ਹੋਣ ਤੇ ਵੱਡੀ ਸਾਰੀ ਹਲਵਾਈ ਦੀ ਦੁਕਾਨ ਨਾ ਖੋਲ ਕੇ ਵੇਚਦਾ ਹੋਵੇ। ਐਵੇਂ ਭੁਲੇਖਾ ਹੈ। ਇਹੋ ਜਿਹੀ ਦੁਨੀਆ ਸਿਹਰ ਮੇਲਾ, ਇਹ ਜਿਹੜੀ ਦੁਨੀਆ ਨਜ਼ਰ ਆ ਰਹੀ ਹੈ, ਘਰ ਹੈ, ਸਾਜੋ ਸਮਾਨ ਹੈ, ਧਨ ਹੈ, ਕਰੋੜਾਂ ਪਤੀ, ਅਰਬਾਂ ਪਤੀ, ਖਰਬਾਂ ਪਤੀ ਬਣ ਗਏ, ਪਰ ਜਿਸ ਪਤੀ ਨੂੰ ਅੰਦਰ ਸੁਰਤ ਵਿੱਚ ਵਸਾਣਾ ਸੀ ਉਹ ਪਤੀ ਹੱਸੋਂ ਵਿਸਰ ਗਿਆ। ਧਿਆਨ 'ਚ ਰੱਖ ਲਿਓ, ਜੇ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ, ਤਾਂ ਧਨ ਸੰਚੋ ਦੇਖ ਕੇ ਬੂਝੋ ਵਿਚਾਰੇ। ਹਜੂਰ ਕਹਿੰਦੇ ਨੇ ਜਿਹੜੇ ਦੁਨੀਆ ਤੋਂ ਤੁਰ ਗਏ, ਚੱਲਦੇ ਦੁਨੀਆ ਤੋਂ ਕੁਛ ਭਲਾ ਲੈ ਚੱਲੇ ਨਾਲ। ਜੇ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ। ਅੱਜ ਤੱਕ ਕੋਈ ਦੁਨੀਆ ਤੋਂ ਬੰਦਾ ਗਿਆ ਕੁਝ ਨਾਲ ਲੈ ਗਿਆ? ਹਜੂਰ ਕਹਿੰਦੇ ਨੇ ਬਸ ਇਹ ਸਾਰੀ ਦੁਨੀਆ ਇੱਕ ਜਾਦੂਈ ਤਮਾਸ਼ਾ ਹੈ। ਬਸ ਫਰਕ ਇਤਨਾ, ਉਹ 2-4 ਮਿੰਟ, 10 ਮਿੰਟ, ਅੱਧਾ ਘੰਟਾ ਭੁਲੇਖਾ ਪਾਉਂਦਾ। ਇਹ 80, 90, 100 ਸਾਲ ਮਾਇਆ ਦਾ ਜਾਦੂਈ ਤਮਾਸ਼ਾ ਭੁਲੇਖੇ ਵਿੱਚ ਰੱਖਦਾ। ਦਸਤਗੀਰੀ ਨਾ ਹੈ, ਤੇਰੇ ਹੱਥ ਦੀ ਪਕੜ ਵਿੱਚ ਆਉਣ ਵਾਲਾ ਕੁਝ ਨਹੀਂ, ਤੇਰੇ ਨਾਲ ਜਾਣ ਵਾਲਾ ਕੁਝ ਨਹੀਂ। ਮੈਂ ਇੱਕ ਹੋਰ ਬੇਨਤੀ ਕਰਦੀ ਹਾਂ, ਕੋਈ ਸੋਚ, ਕੋਈ ਚਿੰਤਾ ਦਾ ਕਾਰਨ ਬਣ ਜਾਏ। ਅਰਬਾਂ ਪਤੀ ਵੀ ਹੋਵੇ ਬੰਦਾ, ਧਨ ਨਾਲ ਕਦੀ ਸੋਚ ਚਿੰਤਾ ਗਈ ਹੈ? ਕੋਈ ਰਾਜਨੀਤਕ ਸ਼ਕਤੀ ਦਾ ਵੱਡਾ ਮਾਲਕ ਹੋਵੇ ਕਿ ਰਾਜਨੀਤਕ ਸ਼ਕਤੀ ਨਾਲ ਬੰਦੇ ਦੀ ਚਿੰਤਾ ਸੋਚ ਚਲੀ ਜਾਂਦੀ ਹੈ? ਨਾ ਇੱਥੇ ਕੋਈ ਰਾਜਨੀਤਕ ਸ਼ਕਤੀ, ਨਾ ਧਨ ਦੀ ਸ਼ਕਤੀ ਮਨੁੱਖ ਦੀ ਪਰੇਸ਼ਾਨੀ ਦੂਰ ਕਰਦੀ ਹੈ। ਪਰੇਸ਼ਾਨੀ ਦੂਰ ਹੁੰਦੀ ਹੈ ਨਾਮ ਸਿਮਰਨ ਨਾਲ, ਟਿਕਾਉ ਨਾਲ।
ਇਸ ਕਰਕੇ ਤੇਰੇ ਨਾਲ ਸੰਸਾਰ ਵਿੱਚ ਵੀ ਇਹ ਨਹੀਂ ਚੱਲਦਾ। ਤੇਰੇ ਹੱਥ ਦੀ ਪਕੜ ਵਿੱਚ ਆਉਣ ਵਾਲਾ ਇਹ ਜਿਹੜਾ ਜਾਦੂ ਤਮਾਸ਼ਾ ਹੈ, ਹਜੂਰ ਕਹਿੰਦੇ ਨੇ ਨਹੀਂ ਹੈ ਜੀ। ਰਹਾਉ ਸ਼ਬਦ ਦੇ ਕੇਂਦਰੀ ਭਾਵ ਨੂੰ ਸੰਬੋਧਕ ਹੋ ਕੇ ਸਤਿਗੁਰੂ ਰਹਾਉ ਦਾ ਉਚਾਰਨ ਕਰਦੇ ਹਨ ਜੀ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਬਾਦ ਇੱਕ ਹੁੰਦਾ ਵਿਵਾਦ, ਇੱਕ ਸ਼ਬਦ ਦੇ ਬਾਦ, ਬਾਦ ਵਿਵਾਦ ਕਾਹੂ ਸਿਉ ਨਾ ਕੀਜੇ। ਜਿਹੜਾ ਦੁਨੀਆ ਦੇ ਪੱਖ ਤੋਂ ਝਗੜਾ ਇਕੱਠਾ ਕਰਨਾ, ਐਵੇਂ ਕੋਈ ਲੜਾਈ ਝਗੜਾ ਸੰਸਾਰਕ ਗੱਲ ਦਾ ਹੋਣਾ, ਪੈਸੇ ਤੋਂ, ਜਾਇਦਾਦ ਵੰਡਣ ਤੋਂ, ਕੋਈ ਉੱਚੀ ਨੀਵੀਂ ਗੱਲ ਤੋਂ, ਉਹ ਦੁਨਿਆਵੀ ਸੰਬੰਧ ਦੇ ਝਗੜੇ ਨੂੰ ਵਿਵਾਦ ਕਹਿੰਦੇ ਨੇ। ਤੇ ਜਿਹੜਾ ਧਾਰਮਿਕ ਦੁਨੀਆ ਵਿੱਚ ਧਰਮ ਦੀਆਂ ਗੱਲਾਂ ਨਾਲ ਝਗੜੇ ਪੈਦਾ ਕਰਨ, ਉਹਨੂੰ ਵਾਦ ਕਿਹਾ ਜਾਂਦਾ ਹੈ। ਹਜੂਰ ਕਹਿੰਦੇ ਨੇ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਦਰੋਗ ਪੜ ਪੜ ਝਗੜੇ ਦੀਆਂ ਗੱਲਾਂ, ਲਓ ਜੀ ਸਾਡਾ ਧਰਮ ਵਧੀਆ, ਸਾਡਾ ਧਰਮ ਇਹ ਕਹਿੰਦਾ, ਤੇਰਾ ਧਰਮ ਘਟੀਆ। ਜਿਵੇਂ ਕਾਜੀ ਸਲਾਰਦੀਨ ਨੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਨਾਲ ਮੈਂ ਬੇਨਤੀ ਕਰਾਂ, ਅੰਦਰੋਂ ਨਫ਼ਰਤ ਰੱਖਦੇ ਆ। ਬਹਾਦਰ ਸ਼ਾਹ ਨੂੰ ਆਖਿਆ ਸੀ ਤੂੰ ਇਹਨਾਂ ਦੇ ਨਾਲ ਭਾਵਨਾ ਰੱਖਦਾ। ਇਹ ਤੇ ਆਪਣੇ ਧਰਮ ਦੀ ਗੱਲ ਕਰਨ ਵਾਲੇ ਨੇ, ਸਾਡੇ ਇਸਲਾਮ ਧਰਮ ਦੇ ਵਿਰੋਧੀ ਨੇ। ਤੇ ਬਹਾਦਰ ਸ਼ਾਹ ਕਿਹਾ ਸੀ ਵੀ ਮੈਨੂੰ ਐਸਾ ਲੱਗਦਾ ਨਹੀਂ ਹੈ। ਕਹਿੰਦੇ ਇਹਨਾਂ ਦੇ ਜੇ ਮੂੰਹੋਂ ਅਖਵਾ ਦੇ, ਕਹਿੰਦੇ ਫਿਰ ਤੇ ਗੱਲ ਸਪਸ਼ਟ ਹੋ ਜਾਏਗੀ। ਹੁਣ ਬੜੀ ਚੁਸਤੀ ਚਲਾਕੀ ਨਾਲ ਕਾਜੀ ਸਲਾਰਦੀਨ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਨੂੰ ਕਹਿੰਦਾ, ਮਜ਼ਹਬ ਹਮਾਰਾ ਖੂਬ ਕਿ ਤੁਮਾਰਾ ਖੂਬ। ਦੱਸੋ ਤੁਹਾਡਾ ਧਰਮ ਵਧੀਆ ਕਿ ਸਾਡਾ ਧਰਮ ਵਧੀਆ? ਜੇ ਕਹਿਣਗੇ ਸਾਡਾ ਧਰਮ ਵਧੀਆ ਤੇ ਬਹਾਦਰ ਸ਼ਾਹ ਨੂੰ ਆਖਾਂਗਾ ਦੇਖ ਲਓ, ਇਹਨਾਂ ਮਤਲਬ ਵੀ ਸਾਡਾ ਧਰਮ ਘਟੀਆ। ਤੇ ਜੇ ਕਹਿਣਗੇ ਤੁਹਾਡਾ ਧਰਮ ਵਧੀਆ, ਫਿਰ ਆਖਾਂਗੇ ਤੁਸੀਂ ਵੀ ਇਸਲਾਮ ਵਿੱਚ ਆ ਜਾਓ, ਵਧੀਆ ਧਰਮ ਵਿੱਚ ਆ ਜਾਣਾ ਚਾਹੀਦਾ। ਇਸ ਚਲਾਕੀ ਨਾਲ ਜਦ ਕਿਹਾ, ਮਹਾਰਾਜ ਦੱਸੋ ਨਾ, ਮਜ਼ਹਬ ਹਮਾਰਾ ਖੂਬ ਕਿ ਤੁਮਾਰਾ ਖੂਬ। ਮੇਰੇ ਕਲਗੀ ਵਾਲੜੇ ਪਾਤਸ਼ਾਹ ਕਹਿਣ ਲੱਗੇ, ਹਮਕੋ ਹਮਾਰਾ ਖੂਬ, ਤੁਮਕੋ ਤੁਮਾਰਾ ਖੂਬ। ਹੱਥ ਜੁੜ ਗਏ, ਮਸਤੂ ਝੁਕ ਗਿਆ। ਵੇਦ ਪੜ੍ਹਨ ਵਾਲੇ ਕਿਤਾਬਾਂ ਦੀ ਨਿੰਦਾ ਕਰਨ ਤੇ ਕਿਤਾਬ ਪੜ੍ਹਨ ਵਾਲੇ ਵੇਦਾਂ ਦੀ ਨਿੰਦਾ ਕਰਨ, ਤੇ ਸਮਝ ਲੈਣਾ ਦੋਨੋਂ ਦਰੋਗ ਪੜ ਪੜ ਖੁਸ਼ੀ ਹੋਏ। ਇਹ ਦਰੋਗ ਪੜ੍ਹਦੇ ਨੇ, ਇਹ ਸੱਚ ਦੀ ਗੱਲ ਨਹੀਂ ਪੜ੍ਹ ਸਕੇ ਨੇ। ਭਾਈ ਗੁਰਦਾਸ ਸਾਹਿਬ ਜੀ ਨੂੰ ਗੱਲ ਕਹਿਣੀ ਪਈ। ਮੈਂ ਹਿੰਦੂ ਤੇ ਮੁਸਲਮਾਨਾਂ ਦੇ ਜਦ ਝਗੜੇ ਵੇਖਦਾ ਤੇ ਕਰਨ ਬਖੀਲੀ ਆਪਸ ਵਿੱਚ ਬਖੀਲੀ ਕਰਦੇ ਨੇ, ਵਿਰੋਧਤਾ ਕਰਦੇ ਨੇ, ਲੜਾਈ ਝਗੜੇ ਕਰਦੇ ਨੇ, ਨਫ਼ਰਤ ਈਰਖਾ ਕਰਦੇ ਨੇ। ਤੇ ਜਿਹੜੇ ਆਪਸ ਵਿੱਚ ਝਗੜੇ ਕਰਦੇ ਨੇ, ਇਸਲਾਮ ਵਾਲੇ ਰਹੀਮ ਨੂੰ ਮੰਨਦੇ ਨੇ ਤੇ ਹਿੰਦੂ ਲੋਕ ਰਾਮ ਨੂੰ ਮੰਨਦੇ ਨੇ। ਪਰ ਕਹਿੰਦੇ ਨੇ ਮੈਂ ਅੱਜ ਤੱਕ ਰਾਮ ਤੇ ਰਹੀਮ ਨੂੰ ਇੱਕ ਦੂਜੇ ਦੇ ਗਲੇ ਪੈਂਦਿਆਂ ਨਹੀਂ ਵੇਖਿਆ। ਧਿਆਨ 'ਚ ਰੱਖਿਓ ਕੀ ਕਹਿੰਦੇ ਨੇ, ਕਰਨ ਬਖੀਲੀ ਆਪ ਵਿੱਚ, ਰਾਮ ਰਹੀਮ ਇੱਕ ਥਾਂ ਖਲੋਈ। ਕਹਿੰਦੇ ਨੇ ਰਾਮ ਰਹੀਮ ਤੇ ਇੱਕੋ ਥਾਂ ਖਲੋਤੇ ਨੇ। ਕਦੀ ਨਹੀਂ ਵੇਖਿਆ ਵੀ ਰਾਮ ਰਹੀਮ ਦੇ ਗੱਲ ਪੈ ਗਿਆ ਹੋਵੇ ਤੇ ਰਹੀਮ ਰਾਮ ਦੇ ਗੱਲ ਪੈ ਗਿਆ ਹੋਵੇ। ਭਲਿਓ ਕਿਹੜੇ ਝਗੜਿਆਂ ਵਿੱਚ ਪਏ ਹੋ? ਇਹ ਤੁਹਾਡੀ ਧਰਮ ਦੀ ਪੜ੍ਹਾਈ ਕੀ ਪੜ੍ਹਾਈ ਹੈ? ਇਹ ਹੈ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਬੇਖਬਰ ਹੋ, ਖਬਰ ਤੋਂ ਲਿਆਓ ਆਪਣੇ ਧਰਮ ਗ੍ਰੰਥਾਂ ਦੀ। ਉਹ ਪਹੁੰਚਾਉਂਦੇ ਕਿੱਥੇ ਨੇ? ਪਰ ਉਹ ਖਬਰ ਧਰਮ ਦੀ, ਸੱਚ ਦੀ, ਵਾਹਿਗੁਰੂ ਦੀ, ਉਹ ਤੇ ਆਈ ਨਹੀਂ। ਉਧਰੋਂ ਤੋਂ ਬੇਖਬਰ ਨੇ, ਪਤਾ ਹੀ ਨਹੀਂ ਹੈ ਰੱਬ ਹੈ ਕਿੱਥੇ ਹੈ, ਰੱਬ ਹੈ ਕੀ, ਇਹ ਤੇ ਪਤਾ ਹੀ ਨਹੀਂ ਹੈ। ਬੇਖਬਰ ਨੇ, ਬਾਦ ਬਕਾਹੇ। ਧਰਮ ਦੇ ਝਗੜੇ ਐਵੇਂ ਬਕ ਕਰਨ ਵਾਲੇ ਬੋਲ ਹੀ ਰਹਿ ਜਾਂਦੇ ਹਨ ਜੀ। ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾਹੀ। ਇਸਲਾਮ ਵਾਲੇ ਹੱਕ ਕਹਿੰਦੇ ਨੇ,
ਤੇ ਹਿੰਦੂ ਉਸ ਨੂੰ ਸੱਚ ਕਹਿੰਦੇ ਨੇ। ਹੱਕ ਸੱਚ ਖਾਲਕ ਖਲਕ ਮਿਆਨੇ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸਨੋਂ ਆਖੀਐ ਜਾਂ ਤਿਸ ਬਿਨ ਕੋਈ ਨਾਹੇ। ਉਹ ਖਾਲਕ ਖਲਕ ਵਿੱਚ ਹੈ, ਉਹ ਕਰਤਾ ਕੁਦਰਤ ਵਿੱਚ ਵਸਿਆ ਹੈ। ਪਹਿਚਾਨ ਤੇ ਸਹੀ ਉਸ ਨੂੰ। ਬਸੰਤ ਰਾਗ ਦਾ ਸਮਾਂ ਚੱਲ ਰਿਹਾ ਤੇ ਬਸੰਤ ਰੁੱਤ ਵੀ ਚੱਲ ਰਹੀ ਹੈ। ਮੇਰੇ ਸਾਹਿਬ ਪਾਤਸ਼ਾਹ ਜੀ ਨੇ ਬਸੰਤ ਰਾਗ ਦੇ ਸ਼ਬਦ ਵਿੱਚ ਬੜੇ ਸੋਹਣੇ ਭਾਵ ਪ੍ਰਗਟ ਕੀਤੇ ਨੇ। ਮਾਹਾਂ ਮਾਂ ਮੁਬਾਰਕੀ, ਚੜਿਆ ਸਦਾ ਬਸੰਤ, ਮਹੀਨਿਆਂ ਚੋਂ ਮੁਬਾਰਕੀ ਮਹੀਨਾ ਬਸੰਤ ਚੜਿਆ। ਮਾਹਾ ਮਾਂ ਮੁਬਾਰਕੀ, ਚੜਿਆ ਸਦਾ ਬਸੰਤ, ਪਰ ਫੜ ਚਿੱਤ ਸਮਾਲ ਸੋਏ, ਸਦਾ ਸਦਾ ਗੋਬਿੰਦ। ਆਪਣੇ ਚਿੱਤ ਨੂੰ ਸੰਕੋਚ ਕੇ ਨਾ ਰੱਖ, ਬੰਦ ਫੁੱਲ ਨਾ ਬਣਾ, ਇਸ ਹਿਰਦੇ ਦੇ ਫੁੱਲ ਨੂੰ ਖਿੜਾ। ਜਿਹੜੇ ਫੁੱਲ ਖਿੜ ਜਾਂਦੇ ਖੁਸ਼ਬੂ ਵੰਡਦੇ, ਜਿਹੜੇ ਦਿਲ ਨਾਮ ਸਿਮਰਨ ਨਾਲ ਵਿਕਾਸ ਵਿੱਚ ਚਲੇ ਜਾਂਦੇ, ਉਹ ਧਰਮ ਦੀ ਖੁਸ਼ਬੂ ਵੰਡਦੇ। ਪਰ ਫੜ ਚਿੱਤ ਸਮਾਲ ਸੋਏ, ਸਦਾ ਸਦਾ ਗੋਬਿੰਦ। ਭੋਲਿਆ ਹਉਮੈ ਸੁਰਤ ਵਿਸਾਰ, ਹਉਮੈ ਮਾਰ ਵਿਚਾਰ ਮਨ, ਗੁਣ ਵਿੱਚ ਗੁਣ ਲੈ ਸਾਰ। ਕਰਮ ਪੇੜ ਸ਼ਾਖਾ ਹਰੀ, ਧਰਮ ਫੁੱਲ ਫਲ ਗਿਆਨ, ਪਤ ਪ੍ਰਾਪਤ ਛਾਮ ਘਣੀ, ਚੂਕਾ ਮਨ ਅਭਿਮਾਨ। ਤੂੰ ਸ਼ੁਭ ਕਰਮਾਂ ਦਾ ਦਰਖਤ ਲਾ, ਸੇਵਾ ਕਰ ਅੰਮ੍ਰਿਤ ਵੇਲੇ ਜਾਗ, ਸੰਗਤ ਵਿੱਚ ਆ, ਦਇਆ ਪਰ ਉਪਕਾਰੀ ਸੁਭਾਅ ਬਣਾ। ਇਹ ਹੈ ਕਰਮ ਪੇੜ ਸ਼ਾਖਾ ਹਰੀ, ਅੰਦਰੋਂ ਵਾਹਿਗੁਰੂ ਵਾਹਿਗੁਰੂ ਦੇ ਬੋਲ ਬੋਲ, ਤੇਰੇ ਦਰਖਤ ਦੀਆਂ ਸ਼ਾਖਾ ਨਿਕਲ ਆਵਣ। ਧਰਮ ਫੁੱਲ ਜ਼ਿੰਦਗੀ ਧਰਮੀ ਬਣ ਜਾਏ, ਫੁੱਲ ਲੱਗ ਗਿਆ ਫਲ ਗਿਆਨ। ਸਮਝ ਲਈ ਅੰਦਰ ਸੁਰਤ ਵਿੱਚ ਗਿਆਨ ਆ ਗਿਆ। ਕਰਮ ਪੇੜ ਸ਼ਾਖਾ ਹਰੀ, ਧਰਮ ਫੁੱਲ ਫਲ ਗਿਆਨ, ਪਤ ਪ੍ਰਾਪਤ ਛਾਮ ਘਣੀ, ਚੂਕਾ ਮਨ ਅਭਿਮਾਨ। ਹੁਣ ਘਣੀ ਛਾਂ ਮਿਲ ਗਈ, ਅੰਦਰੋਂ ਅਭਿਮਾਨ ਹੰਕਾਰ ਚਲਾ ਗਿਆ। ਹੁਣ ਕੀ ਹੋਇਆ? ਅੱਖੀ ਕੁਦਰਤ, ਕੰਨੀ ਬਾਣੀ, ਮੁਖ ਆਖਣ ਸਚ ਨਾਮ। ਅੱਖਾਂ ਨਾਲ ਕੁਦਰਤ ਵੇਖੀ, ਖਾਲਕ ਖਲਕ ਮੈਂ ਬੇਨਤੀ ਕਰਦੇ ਹਾਂ, ਅੱਖੀਂ ਕੁਦਰਤ, ਬਲਹਾਰੀ ਕੁਦਰਤ ਵਸਿਆ। ਕੰਨੀ ਬਾਣੀ, ਕੰਨਾਂ ਵਿੱਚ ਬਾਣੀ। ਮੈਂ ਇੱਕ ਬੇਨਤੀ ਕਰਾਂਗਾ, ਇੱਕ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਗੁਰਬਾਣੀ ਹੈ, ਪਰ ਇੱਕ ਬਾਣੀ ਹੈ ਜੋ ਬਾਹਰ ਦੀਆਂ ਆਵਾਜ਼ਾਂ ਕੰਨਾਂ ਵਿੱਚ ਪਈਆਂ। ਉਹ ਤੈਨੂੰ ਕੰਨਾਂ ਵਿੱਚ ਜੋ ਆਵਾਜ਼ਾਂ ਪਈਆਂ, ਉਸ ਨਾਲ ਤੈਨੂੰ ਅਨੁਭਵ ਹੋਇਆ ਵੀ ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲਾ ਰੇ। ਇਹ ਹੈ ਖਲਕਤ ਵਿੱਚ ਖਾਲਕ ਨੂੰ ਵੇਖਣ ਵਾਲੀ ਕਲਾ ਬਣ ਗਈ। ਤੇਰੀ ਜ਼ਿੰਦਗੀ ਬਸੰਤ ਬਣ ਗਈ। ਅੱਖੀ ਕੁਦਰਤ, ਕੰਨੀ ਬਾਣੀ, ਮੁਖ ਆਖਣ ਸਚ ਨਾਮ, ਪਤ ਕਾ ਧਨ ਪੂਰਾ ਹੋਆ, ਲਾਗਾ ਸਹਿਜ ਧਿਆਨ। ਬਸ ਸਹਿਜ ਧਿਆਨ ਬਣ ਗਿਆ। ਜ਼ਿੰਦਗੀ ਦਾ ਅਸਲੀ ਅਮੋਲਕ ਇੱਜ਼ਤ ਵਾਲਾ ਧਨ ਇਹ ਤੇਰੀ ਜ਼ਿੰਦਗੀ ਵਿੱਚ ਆ ਗਿਆ। ਪਤ ਕਾ ਧਨ ਪੂਰਾ ਹੋ। ਮੇਰੇ ਸਾਹਿਬ ਰਹਿਮਤ ਕਰਕੇ ਸਮਝਾਉਂਦੇ ਨੇ ਵੀ ਇਹ ਭਲਿਆ ਆਪਣੇ ਜੀਵਨ ਵਿੱਚ ਝਾਤ ਮਾਰ ਕਿ ਤੂੰ ਆਪਣਾ ਜੀਵਨ ਐਸਾ ਬਣਾ ਕਿ ਹੱਕ ਸੱਚ ਖਾਲਕ ਖਲਕ ਵਿੱਚ ਖਲਕ ਮਿਆਨੇ। ਇਹ ਭਲਿਆ ਉਸ ਖਾਲਕ ਨੂੰ ਖਲਕਤ ਵਿੱਚ ਦੇਖ, ਸਾਰੀ ਦੁਨੀਆ ਵਿੱਚ ਦੇਖ। ਸ਼ਿਆਮ ਮੂਰਤ ਨਾਹੇ, ਇਹ ਨਾ ਕਹਿ ਵੀ ਉਹ ਸ਼ਿਆਮ ਮੂਰਤ ਹੈ। ਨਹੀਂ, ਜਿਤਨੀਆਂ ਮੂਰਤਾਂ ਨੇ ਇਹ ਠੀਕ ਹੈ, ਸਰਗੁਣ ਸਰੂਪ ਵਿੱਚ ਉਸ ਨੂੰ ਸ਼ਿਆਮ ਮੂਰਤ ਕਿਹਾ ਗਿਆ। ਪਰ ਭਲਿਆ ਇਹ ਜਾਣ ਵੀ ਤੇਰੀ ਮੂਰਤ ਏਕਾ ਬਹੁਤ ਰੂਪ, ਕਿਸ ਪੂਜ ਚੜਾਵੋਂ ਦਿਓ ਧੂਪ। ਅਨੇਕਾਂ ਮੂਰਤਾਂ ਨੇ ਤੇਰੀਆਂ, ਮੈਂ ਕਿਹੜੀ ਕਿਹੜੀ ਮੂਰਤ ਅੱਗੇ ਧੂਪ ਚੁਗਾਵਾਂ। ਭਾਵ ਤੂੰ ਸਾਰੇ ਸੰਸਾਰ ਵਿੱਚ ਆਪਣਾ ਹੀ ਸਰੂਪ ਸਮੋਈ ਬੈਠਾ। ਐ ਇਸਲਾਮ ਵਾਲਿਓ, ਉਸ ਰੱਬ ਨੂੰ ਅਕੇਲਾ ਸਤਵੇਂ ਆਕਾਸ਼ ਤੇ ਨਾ ਵੇਖਿਓ। ਇਹ ਆਪਣੇ ਧਰਮ ਨੂੰ ਮੰਨਣ ਵਾਲਿਓ, ਉਸ ਨੂੰ ਅਕੇਲਾ ਸ਼ਿਆਮ ਮੂਰਤ ਵਿੱਚ ਹੀ ਨਾ ਦੇਖਿਓ।
ਉਹ ਤਾਂ ਸਾਰੀਆਂ ਮੂਰਤਾਂ ਵਿੱਚ ਆਪ ਹੀ ਵਸਿਆ ਹੈ ਜੀ। ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਦ। ਅਸਮਾਨ ਚਿਦਾਕਾਸ਼, ਅੰਤःਕਰਨ, ਮਿਆਨੇ, ਇਹਦੇ ਅੰਦਰ ਲਹੰਗ ਲੰਘ ਰਿਹਾ ਉਸ ਕਰਤੇ ਦਾ ਦਰਿਆ। ਭਲਿਆ ਕਦੀ ਉਸ ਹਿਰਦੇ ਵਿੱਚ ਵਗਦੇ ਕਰਤੇ ਦੀ ਸ਼ਕਤੀ ਦੇ ਦਰਿਆ ਵਿੱਚ ਸੁਰਤ ਦਾ ਇਸ਼ਨਾਨ ਕਰ ਲੈ। ਅਸਮਾਨ ਮਿਆਨੇ ਲਹੰਗ ਦਰਿਆ ਗੁਸਲ, ਅਸੀਂ ਕਹਿੰਦੇ ਨਾ ਗੁਸਲਖਾਨਾ, ਇਸ਼ਨਾਨ ਕਰਨ ਵਾਲੀ ਜਗ੍ਹਾ, ਤੇ ਗੁਸਲ ਦਾ ਅਰਥ ਹੈ ਇਸ਼ਨਾਨ। ਕਰਦਨ ਬੂਦ, ਕਰਨਾ ਚਾਹੀਦਾ ਹੈ। ਭਲਿਆ ਤੂੰ ਬਾਹਰ ਪਾਣੀ ਵਿੱਚ ਰੋਜ਼ ਨਹਾਵੇਂ, ਕਦੀ ਅੰਦਰ ਦੀ ਸੁਰਤ ਨਾਲ ਵਾਹਿਗੁਰੂ ਨਾਮ ਵਿੱਚ ਵੀ ਟੁੱਬੀ ਸੁਰਤ ਦੀ ਲਗਾ ਲੈਵੇਂ। ਤੇ ਮੈਂ ਬੇਨਤੀ ਕਰਾਂਗਾ, ਜਿਸ ਦਿਨ ਅੰਦਰ ਸੁਰਤ ਵਿੱਚ ਟੁੱਬੀ ਲੱਗ ਗਈ, ਤੀਰਥ ਨਹਾਵਣ ਜਾਓ। ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ। ਭਲਿਆ ਗੁਰੂ ਦੇ ਗਿਆਨ ਵਿੱਚ, ਨਾਮ ਸਿਮਰਨ ਵਿੱਚ ਅੰਦਰ ਦੀ ਸੁਰਤ ਦੀ ਟੁੱਬੀ ਲੱਗ ਜਾਏ, ਇਹ ਸਮਝ ਲੈ ਤੂੰ 10 ਪੁਰਬਾਂ ਦਾ ਇਸ਼ਨਾਨ ਇੱਕੇ ਵਾਰੀ ਕਰ ਲਿਆ। 10 ਪੁਰਬ ਸਦਾ ਦਸਾਹਰਾ। ਹਿੰਦੂ ਧਰਮ ਵਿੱਚ ਇਹ 10 ਪੁਰਬ ਬੜੇ ਮਹਾਨ ਮੰਨੇ ਗਏ ਨੇ। ਅਸ਼ਟਮੀ, ਚੌਦਸ, ਮੱਸਿਆ, ਪੂਰਨਮਾਸ਼ੀ, ਸੰਗਰਾਂਦ, ਸੂਰਜ ਉਤਰਾਇਣ, ਸੂਰਜ ਦਕਸ਼ਨੈਨ, ਚੰਦਰ ਗ੍ਰਹਿਣ, ਸੂਰਜ ਗ੍ਰਹਿਣ। ਭਲਿਆ ਉਹਨਾਂ 10 ਪੁਰਬਾਂ ਤੇ ਸ਼ਾਇਦ ਤੂੰ ਇਕੱਠਾ ਕਦੇ 10 ਪੁਰਬਾਂ ਦਾ ਨਾ ਦੁਸਹਿਰਾ ਬਣੇ ਤੇ ਨਾ ਤੂੰ ਬਾਹਰ ਸਰੀਰ ਦਾ ਇਸ਼ਨਾਨ ਵੀ ਕਰ ਸਕੇ, ਪਰ ਇੱਕ ਮਨ ਹੋ ਕੇ ਵਾਹਿਗੁਰੂ 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 ਕਰਦਿਆਂ ਜਦੋਂ ਅੰਦਰ ਅੰਤःਕਰਨ ਵਿੱਚ ਵਗਦੇ ਕਰਤੇ ਦੀ ਸ਼ਕਤੀ ਦੇ ਦਰਿਆ ਵਿੱਚ ਸੁਰਤ ਦੀ ਟੁੱਬੀ ਲੱਗ ਜਾਏ, ਸਮਝਣੀ ਜ਼ਿੰਦਗੀ ਅੰਦਰੋਂ ਬਾਹਰੋਂ ਤੇਰੀ ਪਵਿੱਤਰ ਹੋ ਜਾਏ ਜੀ। ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾ ਮੌਜੂਦ। ਕਰ ਫਕਰ, ਬੰਦਗੀ ਕਰ, ਇੱਕ ਮਨ ਹੋ ਕੇ ਬੰਦਗੀ ਕਰ। ਲਾਏ ਚਸ਼ਮੇ, ਚਸ਼ਮਾ ਲਗਾ ਲੈ, ਐਨਕ ਲਗਾ ਲੈ। ਅੱਖ ਨੂੰ ਨਜ਼ਰ ਕਮਜ਼ੋਰ ਹੋ ਜਾਏ ਤੇ ਐਨਕ ਦੀ ਲੋੜ ਹੈ। ਐਨਕ ਨਾਲ ਦੇਖਿਆ ਜਾਂਦਾ ਹੈ ਚੰਗੀ ਤਰ੍ਹਾਂ। ਜਦੋਂ ਅੰਦਰ ਦੀ ਮੱਤ ਦੀ ਅਨੁਭਵਤਾ ਕਮਜ਼ੋਰ ਹੋ ਜਾਏ, ਉੱਥੇ ਸਿਮਰਨ ਦੀ ਐਨਕ ਲਗਾਈ ਜਾਂਦੀ ਹੈ ਮੱਤ ਵਿੱਚ, ਉਸ ਨਾਲ ਠੀਕ ਦਿਸਣ ਲੱਗ ਜਾਂਦਾ। ਐਨਕ ਨਾ ਲੱਗੇ ਤੇ ਇੱਕ ਚੰਦ ਦੇ 2 ਦਿਸਣ ਲੱਗ ਜਾਂਦੇ ਨੇ। ਮੈਂ ਬੇਨਤੀ ਕਰਾਂ, ਐਵੇਂ ਬਣ ਕੇ ਬੈਠ ਜਾਏ ਡਾਕਟਰ ਤੇ ਆਖੇ ਮੈਂ ਅੱਖਾਂ ਦੀ ਨਜ਼ਰ ਠੀਕ ਕਰਦਾ, ਤੇ ਆ ਗਿਆ ਇੱਕ ਬੰਦਾ ਕਹਿੰਦਾ ਜਨਾਬ ਦੇਖੋ ਨਾ, ਮੈਨੂੰ ਇੱਕ ਚੰਦ ਦੇ 2 ਦਿਸਦੇ ਨੇ, ਤੇ ਨੀਮ ਹਕੀਮ ਡਾਕਟਰ ਕਹਿੰਦਾ ਵੀ ਤੈਨੂੰ ਕੱਲੇ ਨੂੰ ਦਿਸਦੇ ਨੇ ਕਿ ਜਿਹੜਾ ਨਾਲ ਆਇਆ ਇਸ ਨੂੰ ਵੀ ਦਿਸਦੇ ਨੇ? ਕਹਿੰਦਾ ਹੱਦ ਹੋ ਗਈ ਡਾਕਟਰ ਸਾਹਿਬ, ਆਇਆ ਤੇ ਕੱਲਾ, ਤੁਸੀਂ ਮੈਨੂੰ ਇੱਕ ਨੂੰ 2 ਪੈ ਵੇਖਦੇ ਹੋ, ਮੇਰੀ ਨਜ਼ਰ ਠੀਕ ਕਿੱਥੋਂ ਕਰੋਗੇ? ਧਿਆਨ 'ਚ ਰੱਖ ਲਿਓ, ਉਹ ਜੋ ਅਖੌਤੀ ਧਰਮ ਦੀ ਦੁਨੀਆ ਵੱਲ ਲੋਕ ਨੇ, ਉਹਨਾਂ ਵੱਲ ਜਾ ਕੇ ਨਫ਼ਰਤ ਹੀ ਪੈਦਾ ਕਰ ਸਕੋਗੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਇੱਕ ਐਸੀ ਸੰਗਤ ਬਖਸ਼ਿਸ਼ ਕਰਦੇ ਨੇ, ਉਹ ਕਹਿੰਦੇ ਨੇ ਬੰਦਗੀ ਦੀ ਐਨਕ ਲਾ, ਕਰ ਫਕਰ ਦਾਇਮ ਲਾਏ ਚਸ਼ਮੇ, ਜੈ ਤਹਾਂ ਮੌਜੂਦ। ਤੈਨੂੰ ਜਿੱਥੇ ਕਿਥੇ ਮੌਜੂਦ ਸਾਹਮਣੇ ਵਾਹਿਗੁਰੂ ਨਜ਼ਰ ਆਉਣ ਲੱਗ ਜਾਏਗਾ। ਤੂੰ ਗੁਰੂ ਸੰਗਤ ਵਿੱਚ ਆ ਤੇ ਸਹੀ, ਹੈ ਤੇ ਰੱਬ ਸਾਡੇ ਕੋਲ। ਧੰਨ ਗੁਰੂ ਰਾਮਦਾਸ ਪਾਤਸ਼ਾਹ ਇੱਕ ਪਾਵਨ ਉਪਦੇਸ਼ ਸਮਝਾਉਂਦੇ ਨੇ, ਘਰ ਰਤਨ ਲਾਲ ਬਹੁ ਮਾਨਕ ਲਾਦੇ। ਤੇਰੇ ਸਰੀਰ ਦੇ ਘਰ ਵਿੱਚ ਨਾਮ ਦੇ ਅਮੋਲਕ ਰਤਨ ਲੱਦੇ ਪਏ ਨੇ, ਭਰੇ ਪਏ ਨੇ, ਪਰ ਮਨ ਭਰਮਿਆ ਲੈ ਨਾ ਸਕਾਈਐ। ਮਨ ਭੜਕਦਾ ਫਿਰਦਾ, ਉਹ ਅੰਦਰ ਨਾਮ ਰਤਨ ਲੈ ਨਹੀਂ ਸਕਦਾ। ਤੇ ਕਰਨਾ ਕੀ ਚਾਹੀਦਾ ਹੈ? ਜਿਉਂ ਓਡਾ ਕੂਪ ਗੋਹਜ ਖੇਨ ਕਾਢੇ, ਤਿਉਂ ਸਤਗੁਰ ਵਸਤ ਲਹਾਈਐ।
ਜਿਵੇਂ ਕਿਸੇ ਜ਼ਿਮੀਂਦਾਰ ਦੇ ਖੇਤ ਵਿੱਚ ਖੂਹ ਹੋਵੇ, ਮਿੱਟੀ ਪਾ ਕੇ ਬੰਦ ਕਰ ਦਈਏ, ਹੁਣ ਲੱਭਣਾ ਹੋਵੇ ਤੇ ਕਹਿੰਦੇ ਨੇ ਓਡਾ ਜਾਤ ਵਾਲੇ ਬੱਕਰੀਆਂ ਭੇਡਾਂ ਚਾਰਨ ਵਾਲਿਆਂ ਨੂੰ ਆਖਿਆ ਜਾਂਦਾ ਵੀ ਤੁਸੀਂ ਸਾਡੇ ਇਸ ਖੇਤ ਵਿੱਚ ਇੱਕ ਗੁਪਤ ਖੂਹ ਹੈ, ਲੱਭ ਦਿਓ। ਉਹ ਕੀ ਕਰਦੇ ਨੇ, ਭੇਡਾਂ ਬੱਕਰੀਆਂ ਇੱਜੜ ਲੈ ਕੇ ਖੇਤ ਵਿੱਚ ਫੇਰਦੇ ਨੇ, ਤੇ ਜਿੱਥੇ ਖੂਹ ਹੁੰਦਾ ਨਾ, ਇਹ ਭੇਡ ਬੱਕਰੀ ਦੀ ਇੰਨੀ ਸੈਂਸ ਹੈ, ਇੰਨਾ ਦਿਮਾਗ ਹੈ ਵੀ ਖੂਹ ਮਿੱਟੀ ਪਾ ਕੇ ਪੂਰਿਆ ਵੀ ਹੋਵੇ, ਉੱਥੇ ਭੇਡ ਬੱਕਰੀਆਂ ਨਹੀਂ ਜਾਣਗੀਆਂ। ਹੁਣ 500-700 ਭੇਡਾਂ ਬੱਕਰੀਆਂ ਦਾ ਇੱਜੜ ਜਦੋਂ ਖੇਤ ਵਿੱਚ ਫੇਰਿਆ, ਜਿੱਥੇ ਖੂਹ ਸੀ ਉੱਥੇ ਭੇਡਾਂ ਬੱਕਰੀਆਂ ਇੱਕਦਮ ਆਸੇ-ਪਾਸੇ ਹਟ ਗਈਆਂ। ਉਹ ਖੂਹ ਵਾਲਾ ਥਾਂ ਜਿਵੇਂ ਓਡਾ ਜਾਤ ਵਾਲੇ ਝੱਟ ਲੱਭ ਦਿੰਦੇ ਨੇ, ਉਹ ਪਈ ਹੋਈ ਮਿੱਟੀ ਬਾਹਰ ਕੱਢੀ, ਖੂਹ ਤੇ ਮੌਜੂਦ ਹੀ ਸੀ, ਮਿੱਟੀ ਪੈ ਗਈ ਸੀ। ਭੇਡਾਂ ਬੱਕਰੀਆਂ ਵਾਲੇ ਓਡਾ ਜਾਤ ਵਾਲਿਆਂ ਨੇ ਝੱਟ ਲੱਭ ਦਿੱਤਾ, ਅੰਦਰ ਵਾਹਿਗੁਰੂ ਮੌਜੂਦ ਸੀ। ਔਗਣ ਵਕਾਰਾਂ ਦੀ ਮਿੱਟੀ ਪੈ ਗਈ ਸੀ, ਰੱਬ ਨਜ਼ਰ ਨਹੀਂ ਸੀ ਆਉਂਦਾ। ਸਤਿਗੁਰੂ ਨੇ ਰਹਿਮਤ ਕਰ ਦਿੱਤੀ। ਉਹਨਾਂ ਆਖਿਆ ਭਲਿਆ ਅੰਦਰ ਸੁਰਤ ਨੂੰ ਸ਼ੁੱਧ ਕਰ, ਟਿਕਾਓ ਵਿੱਚ ਆ, ਤੈਨੂੰ ਝੱਟ ਰੱਬ ਮਿਲ ਜਾਏਗਾ। ਤੇ ਸਾਹਿਬ ਕਹਿਣ ਲੱਗੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਸਮਾਨ ਮਿਆਨੇ ਲਹੰਗ ਦਰਿਆ, ਗੁਸਲ ਕਰਦਨ ਬੂਦ, ਕਰ ਫਕਰ ਦਾਇਮ ਲਾਏ ਚਸ਼ਮੇ, ਜੈ ਤਹਾਂ ਮੌਜੂਦ। ਹੁਣ ਤੇ ਹਰ ਥਾਂ ਤੇ ਵਾਹਿਗੁਰੂ ਵਾਹਿਗੁਰੂ ਨਜ਼ਰ ਵਿੱਚ ਆਵਣ ਲੱਗ ਗਿਆ ਹੈ ਜੀ। ਅੱਲਾਹ ਪਾਕੰ ਪਾਕ ਹੈ, ਸਕ ਕਰੋ ਜੇ ਦੂਸਰ ਹੋਏ। ਉਹ ਅੱਲਾ, ਉਹ ਖੁਦਾ, ਉਹ ਵਾਹਿਗੁਰੂ ਪਾਕੰ ਪਾਕ ਹੈ, ਉਹ ਪਵਿੱਤਰ ਤੋਂ ਪਵਿੱਤਰ ਹੈ। ਸ਼ੱਕ ਕਰੋ ਜੇ ਦੂਸਰ ਹੋਏ, ਮੈਂ ਸ਼ੱਕ ਕੀ ਕਰਾਂ ਵੀ ਰੱਬ ਹੈ ਕਿ ਨਹੀਂ। ਜੇ ਰੱਬ ਤੋਂ ਬਿਨਾ ਕੁਝ ਦੂਜਾ ਹੋਰ ਹੋਵੇ ਤੇ ਸ਼ੱਕ ਕਰਾਂ ਨਾ। ਝੂਠਾ ਕਿਸ ਕੋ ਆਖੀਏ ਸਾਹਾ, ਦੂਜਾ ਨਹੀਂ ਕੋਈ। ਹੈ ਤੇ ਸਾਰੇ ਸੰਸਾਰ ਵਿੱਚ ਆਪ ਹੀ ਆਪ ਵਰਤ ਰਿਹਾ, परिपूर्ण है, ਸਰਬੱਗ ਹੈ, ਘਟ ਘਟ ਵਿੱਚ ਹੈ ਔਰ ਆਪ ਹੀ ਆਪ ਹੈ। ਤੇ ਫਿਰ ਹੋਰ ਸ਼ੱਕ ਕਰਨ ਦੀ ਗੱਲ ਕੀ ਰਹਿ ਗਈ। ਪਰ ਤੂੰ ਬੰਦਗੀ ਕਰ ਤੇ ਪਤਾ ਚੱਲੇ ਵੀ ਹੋਰ ਦੂਜਾ ਕੁਝ ਵੀ ਨਹੀਂ, ਹਰ ਥਾਂ ਤੇ ਆਪ ਹੀ ਆਪ ਹੈ ਜੀ। ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ। ਕਬੀਰ ਜੀ ਫਰਮਾਨ ਕਰਦੇ ਨੇ, ਉਹ ਕਰਮ ਹੈ, ਉਹ ਕਰੀਮ ਹੈ, ਉਹ ਬਖਸ਼ਿਸ਼ ਹੈ ਔਰ ਬਖਸ਼ਿਸ਼ ਕਰਨ ਵਾਲਾ ਹੈ। ਉਹ ਕਰੇ ਜਾਣੈ ਸੋਏ, ਉਹ ਆਪ ਹੀ ਜਾਣਦਾ ਹੈ ਕਿ ਕੀ ਕਰਨਾ ਹੈ, ਸਾਨੂੰ ਨਹੀਂ ਪਤਾ, ਉਹ ਜਾਣੇ। ਉਸ ਨੇ ਕਿਵੇਂ ਇਹ ਘਾੜਤ ਘੜੀ, ਆਉਣ ਵਾਲੇ ਪਲ ਪਲ ਵਿੱਚ ਉਸ ਨੇ ਕੀ ਕਰ ਦੇਣਾ ਸਾਨੂੰ ਤੇ ਨਹੀਂ ਨਾ ਪਤਾ। ਉਹ ਕਰੇ ਜਾਣੈ ਸੋਏ, ਬਸ ਉਸ ਦੀ ਰਜ਼ਾ ਵਿੱਚ ਰਹਿਣ ਲੱਗ ਪਏ, ਕਰਤੇ ਦੀ ਬਖਸ਼ਿਸ਼ ਹੋ ਗਈ। ਹੁਣ ਵਾਹਿਗੁਰੂ ਘਟ ਘਟ ਵਿੱਚ ਦਿਸਣ ਵੀ ਲੱਗ ਪਿਆ। ਬ੍ਰਹਮ ਦੱਤ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਸੀ ਵੀ ਜੇ ਰੱਬ ਹੀ ਸਾਡਾ ਆਪਣਾ ਆਪ ਹੈ ਤੇ ਫਿਰ ਸਿਮਰਨ ਕਿਉਂ ਕਰਨਾ ਚਾਹੀਦਾ, ਬੰਦਗੀ ਦੀ ਕੀ ਲੋੜ। ਤੇ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਸੀ, ਕਹਿਣ ਲੱਗੇ ਬ੍ਰਹਮ ਆਪਣਾ ਆਪ ਹੈ, ਪਰ ਨਾਮ ਸਿਮਰਨ ਇਸ ਕਰਕੇ ਕਰਨਾ ਵੀ ਹਉਮੈ ਦੀ ਜੰਗਾਲ ਲੱਗ ਗਈ ਏ, ਉਹ ਜੰਗਾਲ ਲੈ ਜਾਏ ਤੇ ਜੋ ਆਪਣਾ ਆਪਾ ਹੈ ਉਹ ਨਜ਼ਰ ਆ ਜਾਏ। ਸੋ ਵਾਹਿਗੁਰੂ ਰਹਿਮਤ ਕਰਨ। ਇਹ ਸੀ ਅੱਜ ਦੇ ਪਾਵਨ ਹੁਕਮ ਦੀ ਵਿਚਾਰ। ਆਓ ਕੁਝ ਕੁ ਸਮਾਂ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ, ਕੁਝ ਪੰਕਤੀਆਂ ਦੀ ਸਾਂਝ ਕਰੀਏ ਜੀ। ਰਾਮ ਕਲੀ ਮਹੱਲਾ ਤੀਜਾ। ਰਾਮ ਕਲੀ ਰਾਗ ਵਿੱਚ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਨੇ, ਹਰ ਕੀ ਪੂਜਾ ਦੁਲੰਭ ਹੈ ਸੰਤੋ। ਹਰ ਕੀ ਪੂਜਾ, ਰੱਬ ਦੇ ਘਰ ਦੀ ਪੂਜਾ ਕਰਨੀ ਇਹ ਬੜੀ ਦੁਰਲੱਭ ਹੈ, ਐਵੇਂ ਨਹੀਂ ਮਿਲਦੀ। ਧਿਆਨ 'ਚ ਰੱਖ ਲਿਓ, ਪਰਮੇਸ਼ਵਰ ਦੇ ਘਰ ਦੀ ਪੂਜਾ ਇਹ ਬੜੇ ਭਾਗਾਂ ਨਾਲ ਕਿਸੇ ਨੂੰ ਨਸੀਬ ਹੁੰਦੀ ਹੈ ਜੀ। ਕਹਿਣਾ ਕਛੂ ਨਾ ਜਾਈ। ਇਹ ਕਿੰਨੀ ਕੁ ਦੁਰਲੱਭ ਹੈ, ਆਖੀ ਨਹੀਂ ਜਾ ਸਕਦੀ। ਬਹੁਤ ਮੁਸ਼ਕਲ ਨਾਲ ਰੱਬ ਦੇ ਘਰ ਦੀ ਪੂਜਾ ਕਿਸੇ ਨੂੰ ਨਸੀਬ ਹੁੰਦੀ ਹੈ ਜੀ। ਸੰਤੋ ਗੁਰਮੁਖ ਪੂਰਾ ਪਾਈ। ਐ ਸੰਤ ਜਨੋ,
ਇਹ ਬੰਦਗੀ ਵਾਲਿਓ, ਅਗਰ ਗੁਰਮੁਖ ਬਣ ਜਾਏ, ਮੁਖ ਗੁਰੂ ਤੋਂ ਬੇਮੁਖ ਨਾ ਹੋਵੇ, ਸਰੀਰਕ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਚਿਹਰਾ ਸਾਹਮਣੇ ਹੋਵੇ, ਪਿੱਠ ਨਾ ਦੇ, ਪਰ ਗੁਰੂ ਦੇ ਉਪਦੇਸ਼ ਨੂੰ ਜੋ ਸੁਣਿਆ ਹੈ ਨਾ, ਉਧਰੋਂ ਵੀ ਕਦੀ ਪਿੱਠ ਨਾ ਦੇਵੇ। ਇਹ ਹੈ ਗੁਰਮੁਖ। ਫਿਰ ਪੂਰਾ ਪਾਈ ਸਮਝ ਲੈਣਾ ਗੁਰਮੁਖ ਬਣ ਗਿਆ, ਉਸ ਨੇ ਉਸ ਪੂਰੇ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਕਰ ਲਿਆ ਜੀ। ਨਾਮੋ ਪੂਜ ਕਰਾਈ, ਉਸ ਦੀ ਪੂਜਾ ਦਾ ਸਮਾਨ ਕੀ ਹੈ? ਨਾਮੋ ਪੂਜ ਕਰਾਈ। ਨਾਮ ਹੀ ਸਿਮਰਨ ਕਰਨਾ ਰੱਬ ਦੇ ਘਰ ਦੀ ਪੂਜਾ ਦੀ ਅਸਲੀ ਸਮੱਗਰੀ ਹੈ। ਇਹ ਗੱਲ ਧਿਆਨ 'ਚ ਰੱਖਿਓ। ਜਿਹੜਾ ਸਿਮਰਨ ਕੀਤਾ, ਹਜੂਰ ਨੇ ਬੜੇ ਸੁੰਦਰ ਢੰਗ ਨਾਲ ਪੂਜਾ ਦਾ ਵਰਣਨ ਕੀਤਾ ਵੀ ਭਲਾ ਰੱਬ ਦੇ ਅੱਗੇ ਪੂਜਾ ਕਰਨੀ ਹੋਵੇ ਤੇ ਕੀ ਚੜਾਉਣਾ ਚਾਹੀਦਾ? ਪੂਜਾ ਪ੍ਰਾਨ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹਿ। ਭਲਿਆ ਜਿਹੜੇ ਤੇਰੇ ਸਾਹ ਚੱਲਦੇ ਨੇ ਨਾ, ਇਹਨਾਂ ਵਿੱਚ ਜਦੋਂ ਵਾਹਿਗੁਰੂ ਵਾਹਿਗੁਰੂ ਕਰਦਾ ਜਾਏ ਤੇ ਆਪਣੇ ਪ੍ਰਾਣ ਹੁਣ ਭੇਟਾ ਵਿੱਚ ਪੂਜਾ ਵਿੱਚ ਵਾਹਿਗੁਰੂ ਦੇ ਅੱਗੇ ਰੱਖ ਦਿੱਤੇ। ਬਸ ਇਹ ਹੈ ਨਾਮੋ ਪੂਜ ਕਰਾਈ। ਨਾਮ ਨਾਲ ਵਾਹਿਗੁਰੂ ਜੀ ਦੀ ਪੂਜਾ ਕੀਤੀ ਜੀ। ਰਹਾਉ ਸ਼ਬਦ ਦਾ ਕੇਂਦਰੀ ਭਾਵ ਜੀ। ਹਰ ਬਿਨ ਸਭ ਕਿਛ ਮੈਲਾ ਹੈ ਸੰਤੋ। ਹਰ ਬਿਨ, ਰੱਬ ਤੋਂ ਬਿਨਾ ਸਭ ਕੁਝ ਮੈਲਾ ਹੈ। ਧੂਪ ਦੀਪ ਨੈਵੇਦੈ ਬਾਸਾ, ਕੈਸੇ ਪੂਜ ਕਰੈ ਤੇਰੀ ਦਾਸਾ। ਪਹਿਲੇ ਭਵਰਾ ਬਾਸ ਲਿਓ, ਜਿਹੜਾ ਫੁੱਲ ਹੈ ਪ੍ਰਭੂ ਮੈਂ ਤੇਰੇ ਚਰਨਾਂ ਵਿੱਚ ਚੜਾਉਣ ਲੱਗਾ ਤੇ ਵੇਖਿਆ ਵੀ ਇਸ ਫੁੱਲ ਤੇ ਭੌਰਾ ਬੈਠਾ ਆ ਕੇ ਖੁਸ਼ਬੂ ਉਹ ਲੈ ਗਿਆ, ਸ਼ਹਿਦ ਦੀ ਮੱਖੀ ਬੈਠੀ ਆ ਕੇ ਖੁਸ਼ਬੂ ਉਹ ਲੈ ਗਈ। ਇਹ ਤੇ ਹੋ ਗਿਆ ਝੂਠਾ, ਇਹ ਤੇ ਮੈਲਾ ਹੋ ਗਿਆ। ਹੁਣ ਮੈਂ ਮੈਲੇ ਫੁੱਲ ਮਹਾਨ ਪਵਿੱਤਰ ਪ੍ਰਭੂ ਪਰਮਾਤਮਾ ਅੱਗੇ ਕਿੰਜ ਚੜਾਵਾਂ? ਹਰ ਬਿਨ ਸਭ ਕੁਛ ਮੈਲਾ ਸੰਤੋ, ਕਿਆ ਹੋ ਪੂਜ ਚੜਾਈ। ਵੇਖੋ ਕਿਤਨੀ ਉੱਚੀ ਉਡਾਰੀ ਲੱਗ ਗਈ ਵੀ ਇਤਨੇ ਪਵਿੱਤਰ ਪਰਮਾਤਮਾ ਵਾਹਿਗੁਰੂ ਜੀ ਦੇ ਅੱਗੇ ਮੈਂ ਕੀ ਰੱਖਾਂ, ਕਿਉਂਕਿ ਰੱਬ ਦੇ ਬਰਾਬਰ ਪਵਿੱਤਰ ਕੁਝ ਵੀ ਨਹੀਂ ਹੈ। ਇਸ ਵਾਸਤੇ ਹਰ ਬਿਨ ਸਭ ਕੁਛ ਮੈਲਾ ਸੰਤੋ, ਕਿਆ ਹੋ ਪੂਜ ਚੜਾਈ। ਹਰ ਸਾਚੇ ਭਾਵੈ ਸਾ ਪੂਜਾ ਹੋਵੈ, ਭਾਣਾ ਮਨ ਵਸਾਈ। ਵਾਹਿਗੁਰੂ ਹੈ ਸੱਚਾ, ਤੇ ਉਹ ਜਿਹੜਾ ਕਿਸੇ ਨੂੰ ਭਾ ਜਾਏ, ਚੰਗਾ ਲੱਗੇ ਤੇ ਵਾਹਿਗੁਰੂ ਦਾ ਭਾਣਾ ਮੰਨਣ ਲੱਗ ਜਾਏ, ਅਸਲੀ ਪੂਜਾ ਹੀ ਹੈ। ਵਾਹਿਗੁਰੂ ਜੀ ਨੂੰ ਸਤਿਕਾਰ ਦੇਣਾ, ਉਸ ਦੀ ਗੱਲ ਮੰਨਣੀ, ਉਸ ਦਾ ਵਰਤ ਰਿਹਾ ਹੁਕਮ ਕਬੂਲ ਕਰ ਲੈਣਾ, ਇਹ ਸਮਝ ਲੈਣਾ ਸਭ ਤੋਂ ਵੱਡੀ ਰੱਬ ਦੀ ਪੂਜਾ। ਮੈਂ ਬੇਨਤੀ ਕਰਾਂਗਾ, ਘਰ ਵਿੱਚ ਬਜ਼ੁਰਗ ਬਾਬਾ ਹੋਵੇ, ਮੈਂ ਬੇਨਤੀ ਕਰਾਂ ਉਹਨੂੰ ਹੱਥ ਜੋੜੇ, ਉਸ ਅੱਗੇ ਫੁੱਲ ਲਿਆ ਕੇ ਰੱਖ ਦੇ, ਫੁੱਲਾਂ ਦਾ ਗੁਲਦਸਤਾ ਫੜਾ ਦੇ ਤੇ ਬਾਪੂ ਆਖੇ ਵੀ ਪੁੱਤਰ ਪਾਣੀ ਪਿਲਾ ਦੇ ਤੇ ਸਿਰ ਮਾਰੇ ਵੀ ਨਹੀਂ। ਬਾਪੂ ਆਖੇ ਮੈਨੂੰ ਭੁੱਖ ਲੱਗੀ ਹੈ ਰੋਟੀ ਖਵਾ ਦੇ, ਬਾਪੂ ਦੀ ਗੱਲ ਇੱਕ ਨਾ ਮੰਨੇ ਤੇ ਬਾਪੂ ਨੂੰ ਫੁੱਲ ਚੜਾਏ ਕੀ ਕਰਨਗੇ? ਬਾਪੂ ਅੱਗੇ ਹੱਥ ਜੋੜੇ ਕੀ ਕਰਨਗੇ? ਵਾਹਿਗੁਰੂ ਜੀ ਦੇ ਅੱਗੇ, ਉਸ ਦੀ ਕਿਸੇ ਮੂਰਤ ਅੱਗੇ ਹੱਥ ਜੋੜੀਏ, ਮਸਤਕ ਝੁਕਾਈਏ, ਪੂਜਾ ਦੀ ਸਮੱਗਰੀ ਰੱਖੀਏ, ਪਰ ਉਹਦੀ ਰਜਾ ਵਿੱਚ ਨਾ ਰਹੀਏ। ਤੇ ਸਤਿਗੁਰੂ ਕਹਿੰਦੇ ਤੇ ਪੂਜਾ ਨਾ ਹੋਈ ਨਾ। ਹਰ ਸਾਚੇ ਭਾਵੈ ਸਾ ਪੂਜਾ ਹੋਵੈ, ਭਾਣਾ ਮਨ ਵਸਾਈ। ਉਹਦੀ ਰਜ਼ਾ ਵਿੱਚ ਭਾਣੇ ਵਿੱਚ ਰਹਿਣਾ, ਇਹੀ ਅਸਲ ਵਿੱਚ ਕਰਤੇ ਦੀ ਪੂਜਾ ਹੈ ਜੀ। ਪੂਜਾ ਕਰੈ ਸਭ ਲੋਕ ਸੰਤੋ। ਹਜੂਰ ਕਹਿੰਦੇ ਨੇ ਸਾਰੇ ਲੋਕ ਪੂਜਾ ਤੇ ਕਰਦੇ ਨੇ, ਪਰ ਅੱਗੋਂ ਫਰਮਾਨ ਕਰਦੇ ਹਨ ਜੀ, ਮਨ ਮੁਖ ਥਾਏ ਨਾ ਪਾਈ। ਪਰ ਹੈ ਮਨਮੁਖ, ਔਗਣ ਕਰੇ, ਵਿਕਾਰ ਕਰੇ। ਹੁਣ ਜਾਏ ਧਰਮ ਸਥਾਨ ਵਿੱਚ, ਰੱਖੇ ਅੱਗੇ ਪੁਸ਼ਪ ਭੇਟਾ ਪ੍ਰਸ਼ਾਦ ਤੇ ਆਖੇ ਹੈ ਭਗਵਾਨ, ਮੈਂ ਆਪ ਅੱਗੇ ਇਹ ਪੂਜਾ ਦੀ ਸਮੱਗਰੀ ਰੱਖੀ, ਮੈਂ ਆਪ ਜੀ ਨੂੰ ਭੋਗ ਲਗਾਇਆ, ਮੈਂ ਚੱਲਿਆ ਕੰਮ ਤੇ, ਤੁਸੀਂ ਮੇਰੇ ਮਗਰ ਨਾ ਆਇਓ, ਕਿਉਂਕਿ ਜੋ ਮੈਂ ਕਾਰਗੁਜ਼ਾਰੀ ਕਰਨੀ ਹੈ ਉਹ ਤੁਹਾਨੂੰ ਵੇਖ ਕੇ ਸ਼ਰਮਿੰਦਾ ਹੋਣਾ ਪਵੇਗਾ। ਮੈਨੂੰ ਤੇ ਸ਼ਰਮ ਆਉਣੀ ਕੋਈ ਨਹੀਂ, ਜੋ ਮਰਜ਼ੀ ਕਰਾਂ। ਮੈਂ ਬੇਨਤੀ ਕਰਾਂ ਹੋਵੇ ਇਹੋ ਜਿਹਾ ਵੀ ਮਨਮੁਖ ਬਣ ਕੇ ਸਾਰਾ ਦਿਨ ਔਗਣ ਵਿਕਾਰ ਕਰੇ, ਨਸ਼ੇ ਸੇਵਨ
करे, पता नहीं मन मुखता दे की कदम उठाए ते पर आखे मैं भगवान की पूजा की। हजूर कहते ने नहीं, मनमुख थाए ना पाई, मनमुख की इंज पूजा थां नहीं पैंदी। साहब रहमत करन, गुरमुख बनीए, वाहिगुरु की रजा विच रहीए, गुरु के सन्मुख हो के गुरु का उपदेश कमाईए। यही साडी वाहिगुरु के घर की पूजा है। मैं इन्हां अखरां नाल सतगुरु जी का किन्ना क धन्नवाद करां जिन्हां ने धर्म की दुनिया की इतनी महान सेध दिती। उन्हां दे चरनां विच कोटान कोट नमस्कार। धन गुरु ग्रंथ साहिब जी का, धन गुरु रामदास पातशाह जी का कोटान कोट धन्नवाद। हार्दिक तौर पर श्रोमणी गुरुद्वारा प्रबंधक कमेटी प्रधान साहब समूह प्रबंध का तय दिलों धन्नवाद। सिंह साहब मुख ग्रंथी सचखंड श्री हरमंदर साहब, सिंह साहब ज्ञानी जगतार सिंह साहब जी का तय दिलों धन्नवाद। आईयां संगतां दा हार्दिक धन्नवाद। दासरे दियां भुल्लां दी खिमा करदियां आओ अखीरलियां पंक्तियां शरवण करके फिर फतेह नाल सांझ पाइए जी। हर साचे भावै सा पूजा होवै, भाणा मन वसाई। पूजा करे सब लोक संतो, मन मुख थाए ना पाई। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।